वेलकम बैक एवरीवन। आई एम योगेश फ्रॉम यस अकेडमी बठिंडा। एज यू नो कि पिछले कुछ लैक्चर्स ਦੇ ਵਿੱਚ ਆਪਾਂ ਸੋਇਲ ਮਕੈਨਿਕਸ ਸਟਾਰਟ ਕੀਤੀ ਸੀ, ਸੋਇਲ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਲਾਸਟ ਲੈਕਚਰ 'ਚ ਆਪਣਾ ਚੈਪਟਰ ਕੰਪੈਕਸ਼ਨ ਆਪਾਂ ਕੰਪਲੀਟ ਕੀਤਾ ਸੀ। ਜਿਨ੍ਹਾਂ ਸਟੂਡੈਂਟਸ ਨੇ ਬਾਕੀ ਵੀਡੀਓਜ਼ ਨਹੀਂ ਦੇਖੀਆਂ ਉਹ ਦੇਖ ਲਿਓ। ਅੱਜ ਆਪਾਂ ਜਿਹੜਾ ਚੈਪਟਰ ਸ਼ੁਰੂ ਕਰਨਾ ਹੈ ਦੈਟ ਇਜ਼ ਕੰਸੋਲੀਡੇਸ਼ਨ। ਆਪਾਂ ਕੀ ਪੜ੍ਹਿਆ ਸੀ ਵੀ ਸੋਇਲ ਦੇ ਵਿੱਚ ਮੇਨਲੀ ਤਿੰਨ ਕਨਸਟੀਟੂਐਂਟਸ ਹੁੰਦੇ ਨੇ, ਸੋਲਿਡ, वाटर एंड एयर। तीन कॉन्स्टिट्यूएंट्स ਆਪਾਂ ਮੇਨਲੀ ਪੜ੍ਹੇ ਸੀ। ਆਪਾਂ ਇਹਨਾਂ ਦੇ ਵਿੱਚ ਕੀ ਪੜ੍ਹਿਆ ਸੀਗਾ, ਜਦੋਂ ਕੰਪੈਕਸ਼ਨ ਹੁੰਦੀ ਹੈ 에ਅਰ ਰਿਮੂਵ ਹੋ ਜਾਂਦੀ ਹੈ। ਨਾਲ ਹੀ ਆਪਾਂ ਕੰਪੈਕਸ਼ਨ ਤੇ ਕੰਸੋਲੀਡੇਸ਼ਨ ਦਾ ਡਿਫਰੈਂਸ ਵੀ ਪੜ੍ਹਿਆ ਸੀ ਵੀ ਕੰਪੈਕਸ਼ਨ ਖਤਮ ਹੋਣ ਤੋਂ ਬਾਅਦ ਕੰਸੋਲੀਡੇਸ਼ਨ ਸ਼ੁਰੂ ਹੋਊਗੀ ਤੇ ਕੰਸੋਲੀਡੇਸ਼ਨ ਦੇ ਵਿੱਚ ਵਾਟਰ ਕੀ ਹੋਊਗਾ, ਰਿਮੂਵ ਹੋਊਗਾ। ਤਾਂ ਹੁਣ ਜਿਵੇਂ ਹੀ ਤੁਸੀਂ ਕੰਪੈਕਸ਼ਨ ਕੀਤੀ, ਕੰਪੈਕਸ਼ਨ ਕਰਨ ਤੋਂ ਬਾਅਦ 에ਅਰ ਰਿਮੂਵ ਹੋ ਗਈ। ਹੁਣ ਯਾਨੀ ਕਿ ਦੋ ਚੀਜ਼ਾਂ ਰਹਿ ਗਈਆਂ, ਵਾਟਰ ਤੇ ਸੋਲਿਡ। ਜੇ ਆਪਾਂ ਫਰਦਰ ਹੋਰ ਲੋਡ ਵਧਾਉਂਦੇ ਜਾ ਰਹੇ ਹਾਂ ਕੰਪੈਕਸ਼ਨ ਤੋਂ ਬਾਅਦ ਤਾਂ ਕੀ ਹੋਊਗਾ, 에ਅਰ ਦੇ ਨਿਕਲਣ ਤੋਂ ਬਾਅਦ ਹੁਣ ਵਾਟਰ ਇਹਨਾਂ ਵੋਇਡਸ ਦੇ ਵਿੱਚੋਂ ਨਿਕਲਣਾ ਕੀ ਹੋ ਜਾਊਗਾ, ਸ਼ੁਰੂ ਹੋ ਜਾਊਗਾ। ਤਾਂ ਜਿਵੇਂ ਜਿਵੇਂ ਵਾਟਰ ਨਿਕਲਦਾ ਚਲਾ ਜਾਊਗਾ ਉਵੇਂ ਉਵੇਂ ਵੋਲਿਊਮ ਵੀ ਕੀ ਹੋ ਜਾਊਗਾ, ਘਟਦਾ ਚਲਾ ਜਾਊਗਾ। ਹੁਣ ਜਦੋਂ ਵੋਲਿਊਮ ਘਟੂਗਾ ਤਾਂ ਸੋਇਲ ਕੰਪਰੈਸ ਹੋਊਗੀ। ਤਾਂ ਆਪਾਂ ਇੱਥੇ ਇੱਕ ਟਰਮ ਡਿਫਾਈਨ ਕਰਦੇ ਹਾਂ, ਕੰਪਰੈਸਿਬਿਲਿਟੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਿਵੇਂ ਕਹਿ ਸਕਦੇ ਹਾਂ, ਕੰਪਰੈਸਿਬਿਲਿਟੀ ਕੀ ਹੋਊਗੀ, ਕਿਸੇ ਵੀ ਸੋਇਲ ਮਾਸ ਦੀ ਆਪਦਾ ਵੋਲਿਊਮ ਚੇਂਜ ਕਰਨ ਦੀ ਟੈਂਡੈਂਸੀ। ਜਾਂ ਕੰਪਰੈਸਿਬਿਲਿਟੀ ਕੀ ਹੋਊਗੀ, ਇੱਕ ਯੂਨਿਟ ਵੋਲਿਊਮ ਇੱਕ ਯੂਨਿਟ ਸਟ੍ਰੈਸ ਚੇਂਜ ਦੇ ਨਾਲ ਕਿੰਨਾ ਵੋਲਿਊਮ ਇਹ ਸੋਇਲ ਕੀ ਕਰ ਰਹੀ ਹੈ, ਚੇਂਜ ਕਰ ਰਹੀ ਹੈ। ਕੰਪਰੈਸਿਬਿਲਿਟੀ ਕੀ ਹੋਊਗੀ, ਇੱਕ ਯੂਨਿਟ ਸਟ੍ਰੈਸ ਚੇਂਜ ਦੇ ਨਾਲ ਸੋਇਲ ਆਪਣਾ ਕਿੰਨਾ ਵੋਲਿਊਮ ਕੀ ਕਰ ਰਹੀ ਹੈ, ਚੇਂਜ ਕਰ ਰਹੀ ਹੈ। ਤਾਂ ਹੁਣ ਕੰਪਰੈਸਿਬਿਲਿਟੀ ਕੀ ਹੋਊਗੀ, ਜਿੰਨੀ ਸੋਇਲ ਦੀ ਕੰਪਰੈਸਿਬਿਲਿਟੀ ਜ਼ਿਆਦਾ ਹੋਊਗੀ ਉਨੀ ਹੀ ਸੋਇਲ ਕੰਪਰੈਸਿਬਲ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਉਹਨਾਂ ਸੋਇਲ ਦਾ ਵੋਲਿਊਮ ਚੇਂਜ ਕੀ ਹੋਊਗਾ, ਜ਼ਿਆਦਾ ਹੋਊਗਾ। ਤਾਂ ਹੁਣ ਇੱਥੋਂ ਆਪਾਂ ਕੀ ਕਹਿ ਰਹੇ ਹਾਂ ਵੀ ਜਿਵੇਂ ਜਿਵੇਂ ਆਪਾਂ ਇਹਦੇ ਉੱਪਰ ਲੋਡ ਅਪਲਾਈ ਕਰਾਂਗੇ, 에ਅਰ ਦੇ ਰਿਮੂਵ ਹੋਣ ਤੋਂ ਬਾਅਦ ਵਾਟਰ ਰਿਮੂਵ ਹੋਣਾ ਸ਼ੁਰੂ ਹੋਊਗਾ। ਯਾਨੀ ਕਿ ਹੁਣ ਜਦੋਂ ਕੰਸੋਲੀਡੇਸ਼ਨ ਸ਼ੁਰੂ ਹੋਊਗੀ ਉਦੋਂ ਸੋਇਲ ਦੇ ਸਟਰਕਚਰ 'ਚ ਇੱਕ ਤਾਂ ਸੋਲਿਡਸ ਹੋਣਗੇ, ਇੱਕ ਵਾਟਰ ਹੋਊਗਾ। ਜਿਵੇਂ ਜਿਵੇਂ ਆਪਾਂ ਲੋਡ ਅਪਲਾਈ ਕਰਨਾ ਸ਼ੁਰੂ ਕਰਾਂਗੇ ਇਹ ਵਾਟਰ ਇੱਥੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ। ਜਿਵੇਂ ਜਿਵੇਂ ਵਾਟਰ ਬਾਹਰ ਨਿਕਲਣਾ ਸ਼ੁਰੂ ਹੋਊਗਾ ਸੋਇਲ ਕੀ ਹੋਣੀ ਸ਼ੁਰੂ ਹੋ ਜਾਊਗੀ, ਕੰਪਰੈਸ। ਸੋਇਲ ਕੰਪਰੈਸ ਹੋਏਗੀ। ਜਿਵੇਂ ਜਿਵੇਂ ਸੋਇਲ ਇੱਥੋਂ ਕੰਪਰੈਸ ਹੋਏਗੀ ਤਾਂ ਵੋਲਿਊਮ ਚੇਂਜ ਹੋਏਗਾ। ਤਾਂ ਵੋਲਿਊਮੈਟ੍ਰਿਕ ਸਟ੍ਰੇਨ ਆਪਾਂ ਡੈਲਟਾ V upon V ਲਿਖਦੇ ਹੁੰਦੇ ਹਾਂ, ਚੇਂਜ ਇਨ ਵੋਲਿਊਮ upon ਰੀਜਨਲ ਵੋਲਿਊਮ। ਇਨ ਕੇਸ ਆਫ ਸੋਇਲ ਨੂੰ ਆਪਾਂ ਇੱਕ ਸੈਮੀ ਇਨਫਾਈਨਾਈਟ ਮਟੀਰੀਅਲ ਮੰਨਦੇ ਹਾਂ। ਸੈਮੀ ਇਨਫਾਈਨਾਈਟ ਮਟੀਰੀਅਲ ਤੋਂ ਕੀ ਮਤਲਬ ਹੈ, ਉਹ ਮਟੀਰੀਅਲ ਜਿਹਦਾ ਇੱਕ ਡਾਇਮੈਂਸ਼ਨ ਇਨਫਾਈਨਾਈਟ ਹੋਵੇ। ਮਤਲਬ ਹੁਣ ਜਿਵੇਂ ਸੋਇਲ ਹੈ, ਸੋਇਲ ਦਾ ਜਿਹੜਾ ਵਰਟੀਕਲ ਡਾਇਮੈਂਸ਼ਨ ਹੁੰਦਾ ਹਾਈਟ, ਉਹ ਵੋਲਿਊਮ ਚੇਂਜ ਦੇ ਨਾਲ ਚੇਂਜ ਹੁੰਦੀ ਹੈ। ਪਰ ਜਿਹੜਾ ਹੌਰੀਜ਼ੌਂਟਲ ਡਾਇਮੈਂਸ਼ਨ ਹੁੰਦਾ ਜਿਹਨੂੰ ਆਪਾਂ ਏਰੀਆ ਬੋਲ ਦਿੰਦੇ ਆ, ਇਹਨੂੰ ਆਪਾਂ ਇਨਫਾਈਨਾਈਟ ਮੰਨਦੇ ਆ ਕਿਉਂਕਿ ਥਰੂ ਆਊਟ ਦਾ ਸਰਫੇਸ ਆਫ ਅਰਥ ਸੋਇਲ ਕੰਟੀਨਿਊਸਲੀ ਚੱਲਦੀ ਚਲੀ ਜਾਂਦੀ ਹੈ, ਸੋਇਲ ਦਾ ਕਿਤੇ ਵੀ ਐਂਡ ਨਹੀਂ ਹੁੰਦਾ। ਤਾਂ ਆਪਾਂ ਡੈਲਟਾ V upon V ਦੇ ਵਿੱਚ ਕੀ ਮੰਨਦੇ ਆ ਵੀ ਜਿੰਨਾ ਵੀ ਚੇਂਜ ਇਨ ਵੋਲਿਊਮ ਹੋਊਗਾ ਇਹ ਡਿਊ ਟੂ ਚੇਂਜ ਇਨ ਹਾਈਟ ਹੋਊਗਾ। ਇਹਦੇ ਵਿੱਚ ਚੇਂਜ ਇਨ ਏਰੀਆ ਦਾ ਕੋਈ ਵੀ ਫੈਕਟਰ ਨਹੀਂ ਹੋਣਾ। ਤਾਂ ਡੈਲਟਾ V upon V ਕਾਦੇ ਬਰਾਬਰ ਆ ਜਾਂਦਾ ਹੈ, ਡੈਲਟਾ H ਓਵਰ H ਦੇ ਵੀ। ਯਾਨੀ ਕਿ ਜਿਹੜਾ ਵੀ ਇਹ ਚੇਂਜ ਇਨ ਵੋਲਿਊਮ ਹੋ ਰਿਹਾ ਹੈ ਇਹਦੇ ਵਿੱਚ ਸਿਰਫ ਤੇ ਸਿਰਫ ਚੇਂਜ ਇਨ ਹਾਈਟ ਰਿਸਪੌਂਸਿਬਲ ਹੈ, ਚੇਂਜ ਇਨ ਏਰੀਆ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਕਲੀਅਰ। ਇਹ ਕਿਉਂ ਸਪੋਜ਼ ਕੀਤਾ, ਕਿਉਂਕਿ ਸੋਇਲ ਨੂੰ ਆਪਾਂ ਇੱਕ ਸੈਮੀ ਇਨਫਾਈਨਾਈਟ ਮਟੀਰੀਅਲ ਮੰਨਿਆ, ਇਸ ਰੀਜ਼ਨ ਕਰਕੇ। ਡੈਲਟਾ V upon V is equal to ਡੈਲਟਾ H upon H। ਤਾਂ ਹੁਣ ਇਹਨੂੰ ਆਪਾਂ ਹੋਰ ਕਿਵੇਂ ਲਿਖ ਸਕਦੇ ਹਾਂ, ਇਹੀ ਰਿਲੇਸ਼ਨ ਜਦੋਂ ਆਪਾਂ ਡਿਰਾਈਵ ਕਰਾਂਗੇ ਤਾਂ ਇਸ ਚੀਜ਼ ਦੇ ਬਰਾਬਰ ਵੀ ਆਊਗਾ, ਡੈਲਟਾ E ਓਵਰ 1 ਪਲਸ E0। E0 ਜਿੰਨੀ ਇਨੀਸ਼ੀਅਲ 'ਚ ਸੀਗੀ, ਇੱਥੇ ਵੀ ਆਪਾਂ H ਨੂੰ H0 ਲਿਖ ਸਕਦੇ ਹਾਂ ਜਿਹੜੀ ਇਨੀਸ਼ੀਅਲ 'ਚ ਹਾਈਟ ਸੀਗੀ। ਡੈਲਟਾ E ਜਿਹੜਾ ਚੇਂਜ ਇਨ ਵੋਇਡ ਰੇਸ਼ੋ ਆ ਗਿਆ 1 ਪਲਸ E0 ਜਿਹੜਾ ਕਿ ਇਨੀਸ਼ੀਅਲ ਵੋਇਡ ਰੇਸ਼ੋ ਹੈ। ਤਾਂ ਇਹ ਤਿੰਨੇ ਰਿਲੇਸ਼ਨਸ ਬਰਾਬਰ ਹੁੰਦੇ ਆ, ਇਹਨਾਂ ਨੂੰ ਆਪਾਂ ਅੱਗੇ ਯੂਜ਼ ਵੀ ਕਰਾਂਗੇ। ਕਲੀਅਰ। ਤਾਂ ਹੁਣ ਆਪਾਂ ਇਹਦੇ ਵਿੱਚ ਮੇਨਲੀ ਚੀਜ਼ ਕੀ ਪੜ੍ਹੀ ਹੈ ਵੀ ਕੰਸੋਲੀਡੇਸ਼ਨ ਉਦੋਂ ਸ਼ੁਰੂ ਹੋਊਗੀ ਜਦੋਂ ਸੋਇਲ ਦੇ ਵਿੱਚੋਂ 에ਅਰ ਕੰਪਲੀਟਲੀ ਰਿਮੂਵ ਹੋ ਗਈ, ਯਾਨੀ ਕਿ ਇਕੱਲਾ ਵਾਟਰ ਰਹਿ ਗਿਆ ਤੇ ਸੋਲਿਡਸ ਰਹਿ ਗਏ। ਯਾਨੀ ਕਿ ਜਿਵੇਂ ਹੀ S ਦੀ ਵੈਲਿਊ 1 ਹੋ ਜੂਗੀ ਕੰਪਰੈਸ ਹੁੰਦੇ ਹੁੰਦੇ, ਨਾਲ ਦੀ ਨਾਲ ਹੁਣ ਕੀ ਹੋਣੀ ਸ਼ੁਰੂ ਹੋ ਜੂਗੀ, ਕੰਸੋਲੀਡੇਸ਼ਨ। ਹੁਣ ਜਦੋਂ ਆਪਾਂ ਕੰਸੋਲੀਡੇਸ਼ਨ ਕਰਵਾਵਾਂਗੇ ਤਾਂ ਉਦੋਂ ਸੋਇਲ ਦੀ ਸੈਟਲਮੈਂਟ ਹੋਊਗੀ। ਜਿਹੜੀ ਇਹ ਸੈਟਲਮੈਂਟ ਹੁੰਦੀ ਹੈ,
ਸੈਟਲਮੈਂਟ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇਮੀਡੀਏਟ ਸੈਟਲਮੈਂਟ, ਜਿਹਨੂੰ ਆਪਾਂ SI ਨਾਲ ਡਿਨੋਟ ਕਰਦੇ ਹਾਂ। ਸੈਕੰਡ ਹੁੰਦੀ ਹੈ ਪ੍ਰਾਇਮਰੀ ਕੰਸੋਲੀਡੇਸ਼ਨ, ਜਿਹਨੂੰ ਆਪਾਂ 1 ਡਿਗਰੀ ਸੈਟਲਮੈਂਟ ਵੀ ਬੋਲ ਦਿੰਦੇ ਹਾਂ। 1 ਡਿਗਰੀ ਤੋਂ ਮਤਲਬ ਸਿਰਫ ਤਾਂ ਹੈ ਕਿਉਂਕਿ ਇਹ ਪਹਿਲਾਂ ਹੁੰਦੀ ਹੈ, ਹੋਰ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ। ਸੈਕੰਡਰੀ ਕੰਸੋਲੀਡੇਸ਼ਨ, ਇਹਨੂੰ ਆਪਾਂ 2 ਡਿਗਰੀ ਵੀ ਬੋਲ ਦਿੰਦੇ ਹਾਂ। ਇਮੀਡੀਏਟ ਸੈਟਲਮੈਂਟ ਕਿਹੜੀ ਹੋਊਗੀ, ਜਿਹਦੇ ਵਿੱਚ ਆਪਾਂ ਜਿਵੇਂ ਹੀ ਲੋਡ ਅਪਲਾਈ ਕੀਤਾ ਨਾਲ ਦੀ ਨਾਲ ਜਿਹੜੀ ਸੈਟਲਮੈਂਟ ਅਕਰ ਹੋਊਗੀ ਉਹਨੂੰ ਆਪਾਂ ਇਮੀਡੀਏਟ ਸੈਟਲਮੈਂਟ ਬੋਲਾਂਗੇ। ਇਹਨੂੰ ਹੀ ਆਪਾਂ ਇਲਾਸਟਿਕ ਸੈਟਲਮੈਂਟ ਵੀ ਬੋਲ ਸਕਦੇ ਹਾਂ। ਹੁਣ ਜਿਵੇਂ ਹੀ ਆਪਾਂ ਸਡਨਲੀ ਲੋਡ ਅਪਲਾਈ ਕਰਾਂਗੇ, ਸਭ ਤੋਂ ਪਹਿਲਾਂ ਕੰਪੈਕਸ਼ਨ ਹੋਗੀ। ਕੰਪੈਕਸ਼ਨ ਨੂੰ ਵੀ ਆਪਾਂ ਇੱਕ ਤਰੀਕੇ ਦੀ ਇਮੀਡੀਏਟ ਸੈਟਲਮੈਂਟ ਬੋਲ ਸਕਦੇ ਹਾਂ। ਪਰ ਜੇ ਆਪਾਂ ਕਲੇਈ ਸੋਇਲ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਵਾਟਰ ਦੀ ਐਕਸਪਲਸ਼ਨ, 에ਅਰ ਦੀ ਐਕਸਪਲਸ਼ਨ ਬਹੁਤ ਘੱਟ ਹੁੰਦੀ ਹੈ। ਮੇਜਰਲੀ ਜਿਹੜੀ ਸੈਟਲਮੈਂਟ ਹੁੰਦੀ ਹੈ ਉਹ ਵਾਟਰ ਕਰਕੇ ਹੁੰਦੀ ਹੈ। ਤਾਂ ਹੁਣ ਜਦੋਂ ਆਪਾਂ ਇਮੀਡੀਏਟ ਸੈਟਲਮੈਂਟ ਦੀ ਗੱਲ ਕਰਾਂਗੇ, ਸੋਇਲ ਦੇ ਇਲਾਸਟਿਕ ਨੇਚਰ ਕਰਕੇ ਜਿਹੜੀ ਸੈਟਲਮੈਂਟ ਨਾਲ ਦੀ ਨਾਲ ਸ਼ੁਰੂ ਦੇ ਵਿੱਚ ਹੋਗੀ ਉਹਨੂੰ ਆਪਾਂ ਇਮੀਡੀਏਟ ਸੈਟਲਮੈਂਟ ਬੋਲਾਂਗੇ, ਸੋਇਲ ਦੇ ਇਲਾਸਟਿਕ ਨੇਚਰ ਕਰਕੇ। ਪ੍ਰਾਇਮਰੀ ਕੰਸੋਲੀਡੇਸ਼ਨ ਕਿਹੜੀ ਹੋਗੀ, ਪ੍ਰਾਇਮਰੀ ਕੰਸੋਲੀਡੇਸ਼ਨ ਨੂੰ ਆਪਾਂ 1 ਡਿਗਰੀ ਕੰਸੋਲੀਡੇਸ਼ਨ ਵੀ ਬੋਲ ਦਿੰਦੇ ਹਾਂ। ਜਿਹੜੀ ਆਪਾਂ ਨਾਰਮਲੀ ਕੰਸੋਲੀਡੇਸ਼ਨ ਦੀ ਗੱਲ ਕਰਦੇ ਹਾਂ ਉਹ ਪ੍ਰਾਇਮਰੀ ਕੰਸੋਲੀਡੇਸ਼ਨ ਹੀ ਹੁੰਦੀ ਹੈ। ਸੈਕੰਡਰੀ ਕੰਸੋਲੀਡੇਸ਼ਨ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ 2 ਡਿਗਰੀ ਕੰਸੋਲੀਡੇਸ਼ਨ ਬੋਲਦੇ ਹਾਂ, ਇਹ ਕੰਸੋਲੀਡੇਸ਼ਨ ਅਪ ਟੂ ਇਨਫਾਈਨਾਈਟ ਟਾਈਮ ਕੰਟੀਨਿਊਸਲੀ ਚੱਲਦੀ ਜਾਂਦੀ ਹੈ, ਯਾਨੀ ਕਿ ਇਹ ਕਦੇ ਵੀ ਕੰਪਲੀਟ ਨਹੀਂ ਹੁੰਦੀ। ਸੈਕੰਡਰੀ ਕੰਸੋਲੀਡੇਸ਼ਨ ਕਿਉਂਕਿ ਕਦੇ ਵੀ ਕੰਪਲੀਟ ਨਹੀਂ ਹੁੰਦੀ ਐਂਡ ਇਹਦੀ ਰੇਟ ਆਫ ਸੈਟਲਮੈਂਟ ਵੀ ਬਹੁਤ ਘੱਟ ਹੁੰਦੀ ਹੈ, ਇਸੇ ਕਰਕੇ ਆਪਾਂ ਸੈਕੰਡਰੀ ਕੰਸੋਲੀਡੇਸ਼ਨ ਨੂੰ ਮੇਨਲੀ ਕੰਸੀਡਰ ਨਹੀਂ ਕਰਦੇ। ਆਪਾਂ ਸਿਰਫ ਪ੍ਰਾਇਮਰੀ ਕੰਸੋਲੀਡੇਸ਼ਨ ਨੂੰ ਹੀ ਕੰਸੀਡਰ ਕਰਕੇ ਚੱਲਦੇ ਹਾਂ। ਪ੍ਰਾਇਮਰੀ ਕੰਸੋਲੀਡੇਸ਼ਨ ਨੂੰ ਆਪਾਂ SP ਨਾਲ ਡਿਨੋਟ ਕਰਾਂਗੇ, ਇਹਨੂੰ SI ਨਾਲ ਡਿਨੋਟ ਕੀਤਾ, ਇਹਨੂੰ S ਨਾਲ ਡਿਨੋਟ ਕਰ ਲੈਂਦੇ ਹਾਂ ਸੈਕੰਡਰੀ ਕੰਸੋਲੀਡੇਸ਼ਨ ਨੂੰ। ਹੁਣ ਸੈਕੰਡਰੀ ਕੰਸੋਲੀਡੇਸ਼ਨ ਕਦੇ ਵੀ ਕੰਪਲੀਟ ਨਹੀਂ ਹੋਈ, ਯਾਨੀ ਕਿ ਸਿਰਫ ਤੇ ਸਿਰਫ ਪ੍ਰਾਇਮਰੀ ਕੰਸੋਲੀਡੇਸ਼ਨ ਹੀ ਆਪਣੀ ਕੰਪਲੀਟ ਹੋਊਗੀ, ਇਹਨੂੰ ਹੀ ਆਪਾਂ ਕੰਸੋਲੀਡੇਸ਼ਨ ਸੈਟਲਮੈਂਟ ਮੰਨਾਂਗੇ। SI ਇਮੀਡੀਏਟ ਸੈਟਲਮੈਂਟ ਦੇ ਬਾਰੇ ਆਪਾਂ ਜਦੋਂ ਫਾਊਂਡੇਸ਼ਨ ਬਾਰੇ ਪੜਾਂਗੇ, ਫਾਊਂਡੇਸ਼ਨ ਦੇ ਵਿੱਚ ਇਮੀਡੀਏਟ ਸੈਟਲਮੈਂਟ ਦੀ ਗੱਲ ਕਰਾਂਗੇ। ਟੋਟਲ ਸੈਟਲਮੈਂਟ ਹੁਣ ਫਿਰ ਕਾਹਦੇ ਬਰਾਬਰ ਹੋਗੀ, SI plus SP plus SS। ਫॉर ਕੈਲਕੂਲੇਸ਼ਨ ਪਰਪਸ ਆਪਾਂ ਸਾਰੀ ਸੈਟਲਮੈਂਟ ਸਿਰਫ ਇਹਨਾਂ ਦੋ ਫੈਕਟਰਸ ਦੇ ਲਈ ਹੀ ਮੰਨ ਕੇ ਚੱਲਦੇ ਹਾਂ। ਕਲੀਅਰ? ਹੁਣ ਦੇਖੋ ਪ੍ਰਾਇਮਰੀ ਕੰਸੋਲੀਡੇਸ਼ਨ ਨੂੰ ਕਦੋਂ ਆਪਾਂ ਸ਼ੁਰੂ ਹੋਈ ਮੰਨਾਂਗੇ ਤੇ ਕਦੋਂ ਆਪਾਂ ਖਤਮ ਹੋਈ ਮੰਨਾਂਗੇ, ਤਾਂ ਉਹਦੇ ਲਈ ਕਿਵੇਂ ਚੈੱਕ ਕਰਾਂਗੇ। ਹੁਣ ਜਿਵੇਂ ਜਿਵੇਂ ਇਧਰੋਂ ਆਪਾਂ ਸਟ੍ਰੈਸ ਵਧਾਉਂਦੇ ਜਾ ਰਹੇ ਹਾਂ, ਲੋਡ ਵਧਾਉਂਦੇ ਜਾ ਰਹੇ ਹਾਂ, ਤਾਂ ਆਪਾਂ ਕਹਿ ਰਹੇ ਹਾਂ ਵਾਟਰ ਬਾਹਰ ਨਿਕਲੂਗਾ। ਜਿਵੇਂ ਜਿਵੇਂ ਇਹਦੇ ਵਿੱਚੋਂ ਵਾਟਰ ਬਾਹਰ ਨਿਕਲੂਗਾ ਤਾਂ ਉਹਦੇ ਕਰਕੇ ਕੀ ਹੋਊਗਾ, ਜਿਹੜਾ ਆਪਣਾ ਪੋਰ ਵਾਟਰ ਪ੍ਰੈਸ਼ਰ ਹੈ ਉਹ ਡਿਕਰੀਜ਼ ਕਰੂਗਾ। ਜੇ ਪੋਰ ਵਾਟਰ ਪ੍ਰੈਸ਼ਰ ਡਿਕਰੀਜ਼ ਕਰੂਗਾ ਯਾਨੀ ਕਿ ਇਫੈਕਟਿਵ ਸਟ੍ਰੈਸ ਕੀ ਕਰੂਗਾ, ਇਨਕਰੀਜ਼ ਕਰੂਗਾ। ਆਪਾਂ ਇਹ ਕਹਿ ਸਕਦੇ ਹਾਂ ਇਹੀ ਇਫੈਕਟਿਵ ਸਟ੍ਰੈਸ ਜਦੋਂ ਇਨਕਰੀਜ਼ ਕਰ ਰਿਹਾ ਤਾਂ ਯਾਨੀ ਕਿ ਸੋਇਲ ਤੇ ਸਟ੍ਰੈਸ ਵਧ ਰਿਹਾ, ਤਾਂ ਸੋਇਲ ਕੀ ਹੋ ਰਹੀ ਹੈ, ਆਪਣੇ ਵੋਲਿਊਮ ਨੂੰ ਚੇਂਜ ਕਰ ਰਹੀ ਹੈ, ਸੋਇਲ ਕੰਪਰੈਸ ਹੋ ਰਹੀ ਹੈ। ਤਾਂ ਹੁਣ ਦੇਖੋ ਇਹਦੇ ਵਿੱਚ ਜਿਵੇਂ ਜਿਵੇਂ ਯੂ ਦਾ ਵਾਟਰ ਬਾਹਰ ਨਿਕਲਦਾ ਗਿਆ, ਯੂ ਘਟਦਾ ਗਿਆ, ਯਾਨੀ ਕਿ ਜਿਹੜਾ ਪੋਰ ਵਾਟਰ ਪ੍ਰੈਸ਼ਰ ਉਹ ਥੱਲੇ ਆਉਂਦਾ ਗਿਆ, ਤਾਂ ਇੱਕ ਟਾਈਮ ਇਹੋ ਜਾਊਗਾ ਜਿੱਥੇ ਪੋਰ ਵਾਟਰ ਪ੍ਰੈਸ਼ਰ ਅਪਰੋਕਸੀਮੇਟਲੀ ਕੀ ਹੋ ਜਾਊਗਾ, ਜ਼ੀਰੋ ਹੋ ਜਾਊਗਾ। ਕੰਪਲੀਟਲੀ ਜ਼ੀਰੋ ਕਦੇ ਵੀ ਨਹੀਂ ਹੋਊਗਾ, ਵੈਰੀ ਕਲੋਜ਼ ਟੂ ਜ਼ੀਰੋ ਹੋ ਜਾਊਗਾ। ਤਾਂ ਯਾਨੀ ਕਿ ਸਿਗਮਾ ਬਾਰ ਉਸ ਪੁਆਇੰਟ ਤੇ ਜਾ ਕੇ ਮੈਕਸਿਮਮ ਹੋ ਜਾਊਗਾ ਤੇ ਨਾਲ ਹੀ ਕੀ ਹੋ ਜਾਊਗਾ, ਕਾਂਸਟੈਂਟ, ਕਿਉਂਕਿ ਉਸ ਤੋਂ ਬਾਅਦ ਜਿੰਨਾ ਮਰਜ਼ੀ ਸਟ੍ਰੈਸ ਵਧਾਈ ਚੱਲੋ। ਤਾਂ ਜੇ ਪੋਰ ਵਾਟਰ ਪ੍ਰੈਸ਼ਰ ਚੇਂਜ ਨਹੀਂ ਕਰ ਰਿਹਾ ਤਾਂ ਸਾਰੇ ਦਾ ਸਾਰਾ ਟੋਟਲ ਸਟ੍ਰੈਸ ਇਫੈਕਟਿਵ ਸਟ੍ਰੈਸ ਚ ਕਨਵਰਟ ਹੋ ਗਿਆ।
यानी कि टोटल स्ट्रेस हुण इफेक्टिव स्ट्रेस के बराबर आ गया। जे आप टोटल स्ट्रेस चेंज नहीं कर रहे तो इफेक्टिव स्ट्रेस भी की रहूगा, कांस्टेंट रहूगा। यानी कि वो कंडीशन की आऊगी भी म्यू इज इक्वल टू 0 जो ही हो गया वो इफेक्टिव स्ट्रेस की हो जाऊगा मैक्सिमम हो जाऊगा ते नाल ही कांस्टेंट हो जाऊगा। इस पॉइंट के उत्ते जाके आप मन्नांगे भी अपनी प्राइमरी कंसोलिडेशन कंप्लीट होगी। जिथे ही सिग्मा बार मैक्सिमम हो जाऊगा आप मन्नांगे भी अपनी जिहड़ी प्राइमरी सैटलमेंट है वो कंप्लीट होगी। जां आप ये भी कह सकते हैं भी जिहड़ी मेरी कंसोलिडेशन सैटलमेंट है वो कंप्लीट होगी। इस तो बाद जिहड़ी भी सैटलमेंट होगी वो सैकेंडरी कंसोलिडेशन करके होगी तो ਉਹਦੇ कोई भी अपने कोल प्रूफ्स नहीं हैगे, ਉਹਨੂੰ ਆਪਾਂ कंसीडर करके नहीं चाहते। ਤਾਂ ਇਮੀਡੀਏਟ ਸੈਟਲਮੈਂਟ ਸਡਨਲੀ ਹੋ ਜੂਗੀ ਇਨ ਦ ਮੈਟਰ ਆਫ ਫਿਊ ਮਿੰਟਸ ਲਾ ਲਓ, ਫਿਊ ਆਵਰਸ ਲਾ ਲਓ। ਪ੍ਰਾਇਮਰੀ ਕੰਸੋਲੀਡੇਸ਼ਨ ਕੰਪਲੀਟ ਹੋਊਗੀ ਇਨ ਦ ਮੈਟਰ ਆਫ ਫਿਊ ਡੇਜ਼, ਫਿਊ ਮੰਥਸ ਲੈ ਸਕਦੀ ਹੈ। ਸੈਕੰਡਰੀ ਕੰਸੋਲੀਡੇਸ਼ਨ ਚੱਲਦੀ ਜਾਊਗੀ ਥਰੂ ਦ ਪੀਰੀਅਡ ਆਫ ਮੈਨੀ ਈਅਰਸ, ਇਹ ਕਦੇ ਵੀ ਕੰਪਲੀਟ ਨਹੀਂ ਹੋਊਗੀ। ਪ੍ਰਾਇਮਰੀ ਕੰਸੋਲੀਡੇਸ਼ਨ ਸ਼ੁਰੂ ਕਦੋਂ ਹੋਊਗੀ? ਜਿਵੇਂ ਹੀ ਪੋਰ ਵਾਟਰ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਜਾਂ ਜਿਹੜਾ ਆਪਣਾ ਇਫੈਕਟਿਵ ਸਟ੍ਰੈਸ ਹੈ ਵਧਣਾ ਸ਼ੁਰੂ ਹੋ ਗਿਆ, ਨਾਲ ਦੀ ਨਾਲ ਮੇਰੀ ਪ੍ਰਾਇਮਰੀ ਕੰਸੋਲੀਡੇਸ਼ਨ ਸ਼ੁਰੂ ਹੋ ਜੂਗੀ। ਜਿਵੇਂ ਹੀ पोर वाटर प्रैशर मेरा 0 हो गया अप्रोक्सीमेटली ते जिहड़ी मेरी इफेक्टिव स्ट्रैस है वो अप्रोच कर गया मैक्सिमम वैल्यू नूं जां कांस्टेंट हो गया तो उहनूं की बोलांगे आपां भी अपनी कंप्लीट हो जूगी प्राइमरी कंसोलिडेशन। क्लीयर? हुण इस तो बाद आपां कर्व देखते हैं कंसोलिडेशन दी किस तरीके नाल फॉर्म होगी। देखो आपां एक कर्व फॉर्म कीती इन स्ट्रेस इफेक्टिव स्ट्रेस ते इन वॉइड रेशो। कंसोलिडेशन करन तो पहला आपां एक कर्व बनाई ਤਾਂ ਹੁਣ ਜਿਵੇਂ ਜਿਵੇਂ ਆਪਾਂ ਟੈਸਟ ਕਰਦੇ ਚਲੇ ਗਏ ਆਪਾਂ ਇਸ ਕਰਵ ਨੂੰ ਅੱਗੇ ਅੱਗੇ ਕੰਪਲੀਟ ਕਰਦੇ ਚਲੇ ਜਾਵਾਂਗੇ। ਤਾਂ ਹੁਣ ਦੇਖੋ ਸ਼ੁਰੂ ਦੇ ਵਿੱਚ ਸੋਇਲ ਦੀ ਵੋਇਡ ਰੇਸ਼ੋ ਜ਼ਿਆਦਾ ਹੋਊਗੀ। ਕਲੀਅਰ? ਤਾਂ ਹੁਣ ਜਿਵੇਂ ਸ਼ੁਰੂ 'ਚ ਸੋਇਲ ਦੀ ਵੋਇਡ ਰੇਸ਼ੋ ਜ਼ਿਆਦਾ ਹੋਊਗੀ ਤਾਂ ਜਿਵੇਂ ਜਿਵੇਂ ਆਪਾਂ ਉਹਦੇ ਤੇ ਸਟ੍ਰੈਸ ਇਨਕਰੀਜ਼ ਕਰਨਾ ਸ਼ੁਰੂ ਕਰਾਂਗੇ ਤਾਂ ਸੋਇਲ ਦਾ ਸੈਂਪਲ ਤੁਸੀਂ ਬਾਹਰੋਂ ਲੈ ਕੇ ਆਏ, देयर आर चांसेस कि जिथे भी तुसी सॉइल लैके आए हो उसके उपर पहला तो कोई लोड होवे, आई मीन ये भी हो सकता है भी उसके उत्ते कोई बिल्डिंग होवे या उसके उपर कोई व्हीकल होवे या कोई इस तरह की कोई लोडिंग होवे तां एक पर्टिकुलर स्ट्रैस अमाउंट इहो जी होगी जिहड़ा स्ट्रैस सॉइल ने पहला तो लै रखिया होगा। तां जदों तक तुसी उस स्ट्रैस अमाउंट तक नहीं पहुंचदे सॉइल की सैटलमेंट बहुत घट होगी, सॉइल इन्ना ज़्यादा सैटल नहीं करूगी। तो उस केस की होगा तुसी स्ट्रेस बढ़ाना शुरू किया तो नाल दी नाल सॉइल ने सैटल करना शुरू किया थोड़ा जा। क्लीयर? पर जिवें ही वो एक पॉइंट ते पहुंची हुण इन्ना लोड इस स्ट्रेस वाली अमाउंट ये सॉइल पहली बारी लै रही है। क्लीयर? जे मान लो सॉइल ने पहला 500 किलोमीटर पर मीटर स्क्वायर लोड लैता होया सी तां इह वो स्ट्रेस पॉइंट है जिथे 500 की वैल्यू रीच होगी। तो हम जिवें ही तुसी 500 तो स्ट्रेस बढ़ाओगे 501 510 20 जिन्ना भी करोगे तो वो स्ट्रेस सॉइल ने पहला कदे नहीं लिया। यानी कि हुण की होगा सॉइल दे विच सैटलमेंट की होगी एकदम ज्यादा होनी शुरू होगी तो सॉइल सैटल करना शुरू करोगी बहुत ज्यादा लाइक दिस। तो हुण ये वाला पॉइंट की इंडिकेट कर रहे हैं, ये कर्व इंडिकेट कर रही है वो स्ट्रेस अमाउंट जिहड़ी सॉइल ने कदे भी हैंडल नहीं की। इस कर्व नूं जिहड़ी कर्व इंडिकेट कर रही है भी सॉइल पहला जिहड़ा स्ट्रेस लै चुकी है उहनूं बोलदे आं आपां रीकंप्रैशन कर्व। यानी कि सॉइल नूं आपां उसे अमाउंट तक फिर तो रीकंप्रैस कर रहे हैं जिहड़ा लोड वो पहला तो लै चुकी है। सैकेंड जिहड़ी अपनी कर्व इंडिकेट कर रही है उस लोड अमाउंट नूं जिहड़ी सॉइल ने कदे नहीं लई उहनूं आपां बोलदे आं वर्जिन कर्व। हुण जे मैं इस पॉइंट ते आके किसी भी पॉइंट ते सॉइल तो लोड रिलीज करदा सडनली तो लोड रिलीज करन तो बाद आपां नूं पता है कि जिवें आपां सॉइल तो लोड हटाउने आ सॉइल हल्का जिहा रिबाउंड करदी है, वापस जाती है अपनी शेप च हल्का जिहा। फिर तो जे मैं लोड फॉलो करना शुरू करूंगा तो एक कर्व अल्टीमेटली इसे कर्व नूं फिर तो उसे पॉइंट तो ज्वाइन करेगी एग्जैक्टली। जे मैं एक बार लोड नूं रिलीज करके दोबारा फिर तो 0 तो लोड पाउणा शुरू करा तो ये कर्व एग्जैक्टली रिकंप्रेस हुंदी हुंदी उसे पॉइंट तो दोबारा तो वर्जिन कर्व नूं की करूगी ज्वाइन करूगी। तो हुण ये कर्व भी की होगी इन्ना स्ट्रेस सॉइल ने पहले लै रखिया सी अनलोडिंग तो पहला, हुण आपां उसे अमाउंट तक दोबारा स्ट्रेस कर रहे हैं तो ये भी एक तरीके की होगी रिकंप्रेशन कर्व होगी।
आवली करव भी ये करव की इंडिकेट कर रही है अनलोडिंग, तो इस लाइन नूं आपां अनलोडिंग करव भी बोल सकते हैं। क्लीयर? यह जिहड़ी करव है इस तरीके नाल ही कंटिन्यू करूगी लाइक दिस। जिहड़ी हुण आपां ये करव फॉर्म कीती है, ये करव किसी भी तरीके के ग्राफ नूं फॉलो नहीं करती। जे कोई इदां दा केस जनरेट हो जाए भी जिहड़ी अपनी करव है कोई भी ग्राफ नूं फॉलो ना करे, तो आपां उहदे लॉग दा ग्राफ फॉर्म करना शुरू करते हुंदे हैं। तो इहदा जदों आपां लॉग दा ग्राफ फॉर्म करके देखिया, यानी कि एक पासे आपां ई रख ली वॉइड रेशो, एक पासे आपां लॉग रखिया इफेक्टिव स्ट्रेस का। पहला आप एक पासे लॉग रखते हैं, जे फिर भी करव सही शेप ना लगे फिर आप दोनों पासे लॉग रख लेते हैं। तो हुण इहदे विच जदों आपां ग्राफ फॉर्म करना शुरू किया, इहदे नाल की होया, रिकंप्रैशन करव थोड़ी जी फ्लैट हो गई, हल्की जी की होगी फ्लैट होगी। ज्यादा करव है इधरले पासे, ज्यादा कन्वैक्स नेचर है, इधर रहा नेचर कन्वैक्स ही पर थोड़ी जी फ्लैट होगी। जदों आपां वर्जिन करव को इधर फॉर्म करना शुरू किया, तो वर्जिन करव एक एग्जैक्ट स्ट्रेट लाइन बन गई लाइक दिस। आवली करव की बन गई एक स्ट्रेट लाइन। हुण ये करव रिकंप्रैशन नूं ही इंडिकेट कर रही है, तो ये भी की होगी रिकंप्रैशन करव ही होगी। सिमिलरली जिहड़ी आवली करव की इंडिकेट कर रही है फर्स्ट टाइम कंप्रैशन, तो इहनूं भी आपां वर्जिन करव ही बोलांगे। सेम इंडिकेशंस जा रही ने, बट इहदे नाल हुण आपां नूं की हो गया, इस वर्जिन करव वेले सॉइल कंप्रैशन दी वैल्यूज कैलकुलेट करनियां बहुत ईजी हो गई, क्योंकि स्ट्रेट लाइन है, स्ट्रेट लाइन से आप स्लोप कट सकते हैं, वैल्यूज प्रोडिक्ट कर सकते हैं। तो इसलिए जिहड़ा ये लॉग वाला ग्राफ हुंदा है, इहनूं आपां सॉइल दी कंप्रैसिबिलिटी प्रोडिक्ट करन दे लई यूज करांगे। किवें यूज करांगे? देखो, जे आपां इस ग्राफ दी स्लोप कढनी होवे तो स्लोप नूं आपां इत्थे AV नाल डिनोट करते हैं, AV नाल। इस ग्राफ दी स्लोप नूं आपां CC नाल डिनोट करते हैं, CC। क्लियर? जिहड़ा ये CC हुंदा है, इहनूं बोलदे हैं आपां कंप्रैशन इंडेक्स। कंप्रैशन इंडेक्स, ये जिहड़ियां दोनों स्लोप्स है बहुत इंपॉर्टेंट है, आपां नूं थां थां ते देखण नूं मिलणगियां। कंप्रैशन इंडेक्स AV नूं आपां बोलदे हैं कोएफिशिएंट ऑफ कंप्रैशन, कोएफिशिएंट ऑफ कंप्रैशन। हुण जिहड़ा AV हुंदा है, इहदी स्लोप कढण लई आपां नूं पहलां तां इह मनना पਊਗਾ भी एक स्ट्रेट लाइन है, स्ट्रेट लाइन मान के स्लोप कढांगे। हुण जे मैं इस लाइन नूं स्ट्रेट लाइन मनूंगा तां स्लोप किवें निकलूगी? स्लोप कादे बराबर हुंदी है? जिहड़ा अपना y कोऑर्डिनेट हुंदा है ओवर x कोऑर्डिनेट हुंदा है, यानी कि जे मैं कोई भी एक पॉइंट कंसीडर करा तां मैं कह सकदा हां डेल्टा E ओवर डेल्टा सिग्मा बार मेरे को कादे बराबर आऊगा? AV के बराबर आऊगा। स्लोप दूंगा किवें? कोई भी एक ट्रायंगल कंसीडर कर ली, जिहड़ा उहदे विच चेंज इन वॉइड रेशो होया उहनूं डेल्टा E लिख लिया, उसे कोऑर्डिनेट दे विच जिहड़ा चेंज इन स्ट्रेस होया उहनूं आपां डेल्टा सिग्मा लिख लिया, तां स्लोप निकले AV दी। हुण CC कादे बराबर हुंदा है? CC दी अपने कोल ज्यादा एप्लीकेशन हुंदी है एज कंपेयर टू AV नालों, क्योंकि यह ग्राफिकली प्रूव हो रहा है। तां इहदी जदों आपां स्लोप कैलकुलेट करांगे तो कोई भी एक ट्रायंगल ले लेने, तो इधरले पासे चेंज इन वॉइड रेशो डेल्टा E ओवर चेंज इन स्ट्रेस। ठीक, तो चेंज इन स्ट्रेस आपां किवें लिख सकते हैं? जेकर आपां आही दो पॉइंट कंसीडर करिए जिन्हां दे विच आपां स्ट्रेस कैलकुलेट करना है, इन्हां दो पॉइंट्स दे विच, तां हुण ए वाला पॉइंट की इंडिकेट कर रहा है भी जिहड़ा स्ट्रेस सॉइल ने जस्ट पहलां तक लिया होया सीगा, इस स्ट्रेस नूं आपां सिग्मा नॉट बार लिख दिंदे हैं, सिग्मा नॉट कर लेने इनिशियल नूं, तां इस पॉइंट ने अज वाले स्ट्रेस नूं आपां की लिख लेने सिग्मा बार, सिंपल। तां इन्हां दे विच जिहड़ा चेंज आ गया इहनूं आपां लिख लेने डेल्टा सिग्मा बार। तां हुण इह कादे बराबर आऊगा? लॉग सिग्मा बार माइनस लॉग सिग्मा नॉट बार। स्लोप किवें कढदे हैं? आखरी ट्रायंगल कंसीडर करांगे। आखरी ट्रायंगल दे विच x कोऑर्डिनेट कितना है? दिस वैल्यू माइनस दिस वैल्यू, y कोऑर्डिनेट कितना है?
दिस वैल्यू माइनस दिस वैल्यू यानी कि डेल्टा ई। लॉग वाली वैल्यू जो माइनस च होंदी आपां डिवाइड लिख सकते हमने डेल्टा ई ओवर लॉग सिग्मा बार ओवर सिग्मा नॉट बार। ये अपने को वैल्यू आ गई कादी सीसी दी। क्लीयर। हुण इसे वैल्यू दे विच सिग्मा बार नूं आपां सिग्मा नॉट बार प्लस डेल्टा सिग्मा बार भी पुट कर सकते हैं। मोस्टली राइटर्स उस तरीके नाल लिखते हैं। ये भी एक लिखण दा तरीका है, वो भी लिखण दा तरीका है। पेपर च आपां नूं जिवें दा क्वेश्चन पूछिया होगा आपां उसे बेसिस दे उपर आंसर देवांगे। फिर तो रिवाइज करते हैं इस कर्व च आपां की पढ़िया। सब तो पहला तुसीं सॉइल लई सॉइल नूं कंप्रैस करना शुरू कीता तां एक स्ट्रैस अमाउंट इहो जी आई जिहड़ा स्ट्रैस सॉइल ने पहलां तो लै रखिया सीगा। उस स्ट्रैस अमाउंट नूं आपां बोलिया रिकंप्रैशन कर्व। उस स्ट्रैस अमाउंट तक आपां कर्व नूं बोलिया रिकंप्रैशन कर्व। उस तो बाद जो सॉइल कंप्रैस होनी शुरू हुई उस स्ट्रैस के अंडर जो उन्हें कदे भी हैंडल नहीं किया उन्होंने आप बोलिया वर्जिन कर्व। इस तरीके की शेप लेंदी है ये कर्व। अनलोडिंग की फिर तो उस पॉइंट उपर आके ज्वाइन होगी जिस पॉइंट तो आप अनलोड करना शुरू किया। ਜਿਹੜਾ अपना सिंपल ग्राफ सीगा ਉਹਦੀ कर्व ਨੂੰ ਆਪਾਂ AV ਨਾਲ डिनोट ਕੀਤਾ बोलिया कोएफिशिएंट ऑफ कंप्रैशन। ਜਿਹੜਾ ਆਪਾਂ ਉਹਦਾ log ਲਿਆ सेम ग्राफ ਦਾ log ਲੈਣ ਤੋਂ ਬਾਅਦ ਜਿਹੜੀ ਉਹਦੀ ਸਲੋਪ ਬਣੀ ਉਹਨੂੰ बोलिया कंप्रैशन इंडेक्स डिनोट ਕੀਤਾ C ਦੇ ਨਾਲ। क्लीयर। हुण इसे ग्राफ दे विचों आपां कुछ होर पॉइंट्स कट के देखते हैं। देखो किवें हुण जिहड़ा आ वाला पॉइंट सीगा ये पॉइंट की इंडिकेट कर रहा है वो स्ट्रैस अमाउंट जिहड़े जिथों तक सॉइल ने कदे भी अपना स्ट्रैस हैंडल जिथों तक दा स्ट्रैस सॉइल ने पास्ट दे विच कदे भी हैंडल नहीं कीता इस तो बाद वाला सारा स्ट्रैस सॉइल पहली बारी लै रही है। तां जिहड़ा ये सिग्मा नॉट बार हुंदा है ये पॉइंट की इंडिकेट कर रहा है। दिस इज नोन एज ओवर consolidation stress ਜਾਂ इसे स्ट्रेस ਨੂੰ ਆਪਾਂ प्री कंसोलिडेशन स्ट्रेस भी बोल सकते हैं। ਤਾਂ सिग्मा नॉट बार की इंडिकेट कर रहा है ਉਹ पॉइंट जिथों तक सॉइल पहला ही कंसोलिडेट हो चुकी है ओवर कंसोलिडेटेड स्ट्रेस। इस पॉइंट तक जो सॉइल होगी ਤਾਂ उस सॉइल ਨੂੰ ਆਪਾਂ ओवर कंसोलिडेटेड सॉइल भी बोल ਦਿੰਦੇ ਆ। ओवर कंसोलिडेटेड सॉइल का की मतलब है अज तुसी जिन्ना स्ट्रैस अप्लाई किया है उस तो ज्यादा कंसोलिडेट तो सॉइल अपने पास्ट च ही हो चुकी है। जे तुसी इस पॉइंट तक अज स्ट्रैस किया फॉर एग्जांपल तो इस पॉइंट तो ज्यादा वाला स्ट्रैस तो सॉइल पहले ही लै चुकी है। तो यानी कि सॉइल की है ओवरली कंसोलिडेटेड है। सॉइल पहला तो ही ओवर च कंसोलिडेट हो चुकी है जिथों तक तुसी अज कंसोलिडेट कर रहे हो तो उन्होंने बोलते हैं आप ओवर कंसोलिडेटेड स्ट्रैस। जे मैं सिग्मा बार की गल करा सिग्मा बार हुंदा है नॉर्मली कंसोलिडेशन स्ट्रैस। एक ही इंडिकेट कर रहा है भी इस स्ट्रैस से आके सॉइल मेरी नॉर्मली कंसोलिडेट हो रही है। नॉर्मली का मतलब भी जिवें सॉइल नूं कंसोलिडेट होना चाहिए जिवें सॉइल नूं कंसोलिडेशन च बिहेव करना चाहिए सॉइल बिल्कुल उस तरीके नाल ही बिहेव कर रही है। क्लीयर। इन्हां दोनों की जे आपां रेशो लईए सिग्मा नॉट बार ओवर सिग्मा बार इन्हां दी रेशो नूं बोलदे हैं ओवर कंसोलिडेशन रेशो। ओवर कंसोलिडेशन रेशो यानी कि OCR इन्हू OCR भी बोल दिंदे हैं। सिग्मा नॉट बार ओवर सिग्मा बार। हुण जे OCR दी वैल्यू ग्रेटर दैन 1 होगी लाइक दिस तो मतलब कि सिग्मा नॉट बार वड्डा है यानी कि सॉइल दे किहड़े केस च सॉइल नूं की बोलांगे आपां ओवरली कंसोलिडेशन सॉइल। जे OCR दी वैल्यू ग्रेटर दैन 1 है तो सॉइल किहड़ी होगी ओवर कंसोलिडेटेड सॉइल। यही जे OCR दी वैल्यू लैस दैन 1 होगी तो सॉइल किहड़ी होगी नॉर्मली कंसोलिडेटेड सॉइल क्योंकि उदों उहदा मतलब होगा भी सॉइल हुण की है नॉर्मली कंसोलिडेट हो रही है। जे इज इक्वल टू 1 भी होगी तो भी उन्होंने आपां नॉर्मली कंसोलिडेटेड सॉइल ही बोलांगे क्योंकि जे जस्ट इज इक्वल टू 1 होगी यानी कि सॉइल हुण नॉर्मली कंसोलिडेटेड दे फेज च एंटर कर गई। हुण जे इस तो बाद कई राइटर्स ये भी कह दिंदे ने भी इस तो बाद जिथे भी आपां ओवर कंसोलिडेटेड रेशो चैक करांगे वो हमेशा इज इक्वल टू 1 होगी। ਉਹਦੇ ਪਿੱਛੇ ਕੀ ਰੀਜ਼ਨ ਹੈ ਜਿਵੇਂ ਤੁਸੀਂ ਇੱਥੇ ਰੇਸ਼ੋ ਚੈੱਕ ਕਰਨ ਦੀ ਕੋਸ਼ਿਸ਼ ਕਰੋਗੇ ਨਾਲ ਦੀ ਨਾਲ ਕੀ ਹੋਊਗਾ ਜੇ ਮੈਂ ਇਸ ਪੁਆਇੰਟ ਉੱਤੇ ਵੀ ਚੈੱਕ ਕਰਾਂ
ਤਾਂ ਹੁਣ ਜਿਵੇਂ ਮੈਂ ਇਸ ਪੁਆਇੰਟ ਤੋਂ ਲੋਡ ਨੂੰ ਰਿਲੀਜ਼ ਕਰੂੰਗਾ, ਨਾਲ ਦੀ ਨਾਲ ਹੁਣ ਸੋਇਲ ਇੱਥੋਂ ਤੱਕ ਕੰਪਰੈਸ ਹੋ ਗਈ, ਯਾਨੀ ਕਿ ਆਹ ਵਾਲਾ ਸਟ੍ਰੈਸ ਕਾਹਦੇ ਚ ਕਨਵਰਟ ਹੋ ਗਿਆ, ਓਵਰ ਕੰਸੋਲੀਡੇਸ਼ਨ ਸਟ੍ਰੈਸ ਚ ਕਨਵਰਟ ਹੋ ਗਿਆ। ਤਾਂ ਯਾਨੀ ਕਿ ਆਟੋਮੈਟਿਕਲੀ ਹੁਣ ਇੱਥੋਂ ਤੱਕ ਦਾ ਲੋਡ ਸੋਇਲ ਪਹਿਲਾਂ ਲੈ ਚੁੱਕੀ ਹੈ। ਤਾਂ ਯਾਨੀ ਕਿ ਹੁਣ ਤੋਂ ਜਿਹੜੀ ਸੋਇਲ ਆ ਉਹ ਇਸ ਪੁਆਇੰਟ ਤੱਕ ਨਾਰਮਲੀ ਕੰਸੋਲੀਡੇਟ ਹੋ ਗਈ, ਯਾਨੀ ਕਿ ਇਸ ਤੋਂ ਬਾਅਦ ਜੇ ਤੁਸੀਂ ਜਸਟ ਇਸ ਪੁਆਇੰਟ ਦੀ ਰੇਸ਼ੋ ਚੈੱਕ ਕਰਨੀ ਹੋਵੇ, ਓਵਰ ਕੰਸੋਲੀਡੇਸ਼ਨ ਰੇਸ਼ੋ, ਤਾਂ ਉਹਦੀ ਵੈਲਿਊ ਕਿੰਨੀ ਰਹੂਗੀ, ਸਿਗਮਾ ਨॉट ਬਾਰ ਓਵਰ ਸਿਗਮਾ ਬਾਰ, ਤਾਂ ਅਲਟੀਮੇਟਲੀ ਵੈਲਿਊ ਕਿੰਨੀ ਰਹਿ ਜੂਗੀ 1। ਕਲੀਅਰ? ਆਪਣੇ ਲਈ ਇਹਨਾਂ ਡਿਟੇਲ ਚ ਜਾਣ ਦੀ ਲੋੜ ਨਹੀਂ, ਆਪਾਂ ਸਿਰਫ ਇਹ ਰਿਲੇਸ਼ਨ ਧਿਆਨ ਚ ਰੱਖਾਂਗੇ। ਸਿਗਮਾ ਨॉट ਬਾਰ ਓਵਰ ਕੰਸੋਲੀਡੇਸ਼ਨ ਰੇਸ਼ੋ ਹੁੰਦੀ ਹੈ। ਜੇ ਆਪਣੇ ਗ੍ਰਾਫ ਚੋਂ ਇਸ ਰੇਸ਼ੋ ਵਾਲੀ ਵੈਲਿਊ ਗ੍ਰੇਟਰ ਦੈਨ 1 ਆਊਗੀ ਤਾਂ ਆਪਾਂ ਉਹਨੂੰ ਓਵਰ ਕੰਸੋਲੀਡੇਸ਼ਨ ਸੋਇਲ ਬੋਲਾਂਗੇ, ਜੇ ਲੈਸ ਦੈਨ 1 ਆਊਗੀ ਤਾਂ ਆਪਾਂ ਉਹਨੂੰ ਨਾਰਮਲੀ ਕੰਸੋਲੀਡੇਟਡ ਸੋਇਲ ਬੋਲਾਂਗੇ, ਜੇ ਇਕੁਅਲ ਟੂ 1 ਆਊਗੀ ਤਾਂ ਵੀ ਉਹ ਨਾਰਮਲੀ ਕੰਸੋਲੀਡੇਟਡ ਸੋਇਲ ਹੀ ਹੋਊਗੀ। ਕਲੀਅਰ? ਤਾਂ ਹੁਣ ਇਸ ਤੋਂ ਬਾਅਦ ਚ ਆਪਾਂ ਕੀ ਦੇਖਣਾ ਹੈ, ਆਪਾਂ ਇਸ ਤੋਂ ਬਾਅਦ ਚ ਵੋਲਿਊਮ ਚੇਂਜ ਕਿਸ ਤਰੀਕੇ ਨਾਲ ਹੋ ਸਕਦਾ ਸੋਇਲ ਦਾ ਉਹ ਦੇਖਾਂਗੇ। ਇਸੇ ਕਰਵ ਦੇ ਬੇਸਿਸ ਦੇ ਉੱਪਰ ਜਿਹੜੇ ਨਿਊਮੈਰੀਕਲਸ ਹੋਣਗੇ ਉਹ ਕਿਸ ਤਰੀਕੇ ਨਾਲ ਸੋਲਵ ਕਰਨੇ ਆਪਾਂ ਉਹ ਦੇਖਾਂਗੇ। ਕਲੀਅਰ? ਅੱਜ ਦੇ ਲੈਕਚਰ ਵਿੱਚ ਆਪਾਂ ਇੰਨਾ ਹੀ ਪੜਾਂਗੇ। ਜਿਨ੍ਹਾਂ ਵੀ ਸਟੂਡੈਂਟਸ ਨੇ ਪ੍ਰੀਵੀਅਸ ਲੈਕਚਰਸ ਨਹੀਂ ਦੇਖੇ ਤਾਂ ਜਰੂਰ ਦੇਖ ਲਿਓ, ਸੋਇਲ ਆਪਣੀ ਕੰਪਲੀਟ ਕਰ ਲਿਓ। ਜਿਨ੍ਹਾਂ ਨੇ ਵੀ ਹਾਲੇ ਤੱਕ ਆਪਣੇ WhatsApp ਗਰੁੱਪ ਨੂੰ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਨਹੀਂ ਕੀਤਾ, ਜੁਆਇਨ ਕਰ ਲਿਓ। ਉੱਥੋਂ ਤੁਸੀਂ ਸਟੱਡੀ ਮਟੀਰੀਅਲ ਪਿਕ ਕਰ ਸਕਦੇ ਹੋ। ਤੁਹਾਨੂੰ ਪ੍ਰੈਕਟਿਸ ਦੇ ਲਈ ਕੁਐਸਚਨ ਚਾਹੀਦੇ ਹੋਣਗੇ, ਤੁਸੀਂ ਉਹ ਕੁਐਸਚਨਸ ਵੀ ਉੱਥੋਂ ਲੈ ਸਕਦੇ ਹੋ। ਤਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿਓ। ਥੈਂਕ ਯੂ ਵੈਰੀ ਮਚ।